ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਸਲਾਮ, ਨਮਸਤੇ। ਜਿਸ ਤਰ੍ਹਾਂ ਅਸੀਂ ਪਹਿਲੇ ਵੀਡੀਓ ਦੇ ਵਿੱਚ ਗੱਲਬਾਤ ਕੀਤੀ ਸੀ ਕਿ ਸਤਿਗੁਰੂ ਦੀ ਕਿਰਪਾ ਰਹਿਮਤ, ਉਸ ਅਕਾਲ ਪੁਰਖ ਦੀ ਬਖਸ਼ਿਸ਼ ਦਾ ਸਦਕਾ ਆਪ ਸਮੂਹ ਪਿਆਰਿਆਂ ਦੀ ਸਹਿਯੋਗ ਅਤੇ ਸਲਾਹ ਦਾ ਸਦਕਾ ਆਪਾਂ ਇਹ ਉਪਰਾਲਾ ਕੀਤਾ ਸੇਵਾ ਦੇ ਲਈ ਅਤੇ NDS ਜੋ ਨਿਊ ਡਾਈਟ ਸਿਸਟਮ ਕਰਕੇ ਫੁੱਲ ਫਾਰਮ ਇਹਦੀ ਬਣਦੀ ਹੈ, ਨਵੀਂ ਭੋਜਨ ਪ੍ਰਣਾਲੀ। ਇਸ ਦੇ ਬਾਰੇ ਸਾਡੀ ਸਮੂਹ ਜੋ ਸੰਗਤ ਹੈ, ਪੰਜਾਬੀ ਬੋਲਣ ਵਾਲੇ ਸਾਡਾ ਪਰਿਵਾਰ, ਉਹਨਾਂ ਨੂੰ ਕਿਉਂਕਿ ਹਿੰਦੀ ਵਿੱਚ ਅਤੇ ਅੰਗਰੇਜ਼ੀ ਦੇ ਵਿੱਚ ਕਾਫੀ ਵੀਡੀਓਜ਼ ਵਗੈਰਾ ਜਾਂ ਜਾਣਕਾਰੀ ਮਿਲਦੀ ਹੈ, ਪਰ ਪੰਜਾਬੀ ਦੇ ਵਿੱਚ ਇਸ ਚੀਜ਼ ਦੀ ਕਮੀ ਸੀ। ਸੋ ਸਤਿਗੁਰੂ ਦੇ ਉਪਰਾਲਾ ਬਖਸ਼ਿਸ਼ ਕੀਤਾ ਹੈ, ਇਹ ਆਪਾਂ ਦੂਸਰਾ ਵੀਡੀਓ ਅੱਜ ਬਣਾ ਰਹੇ ਹਾਂ। ਸੋ ਸਮੂਹ ਸਰੋਤਿਆਂ ਨੂੰ ਬੇਨਤੀ ਹੈ ਕਿ ਫੇਸਬੁੱਕ 'ਤੇ ਜਾਂ YouTube 'ਤੇ ਜੋ ਵੀ ਦੇਖ ਰਹੇ ਨੇ, ਇਸ ਨੂੰ ਵੱਧ ਤੋਂ ਵੱਧ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰਨਾ, ਤਾਂ ਕਿ ਹਰ ਲੋੜਵੰਦ ਪ੍ਰਾਣੀ ਤੱਕ ਇਹ ਜੋ ਜਾਣਕਾਰੀ ਹੈ, ਆਪਾਂ ਜੋ ਕੋਸ਼ਿਸ਼ ਕਰ ਰਹੇ ਹਾਂ, ਸਤਿਗੁਰੂ ਦੀ ਕਿਰਪਾ ਸਦਕਾ ਇਹ ਜਾਣਕਾਰੀ ਉਹਨਾਂ ਤੱਕ ਪਹੁੰਚ ਸਕੇ। ਸੋ ਸੇਵਾ, ਜਿਸ ਤਰ੍ਹਾਂ ਸਤਿਗੁਰੂ ਨੇ ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਹੀ ਸੇਵਾ ਬਾਰੇ ਸਾਨੂੰ ਜੋ ਉਪਦੇਸ਼ ਕੀਤਾ ਹੈ, ਫਿਰ ਸਾਰੇ ਗੁਰੂ ਸਾਹਿਬਾਨਾਂ ਨੇ ਬਿਮਾਰਾਂ ਲੋੜਵੰਦਾਂ ਦੀ ਸੇਵਾ ਕਰਕੇ ਖੁਦ ਸਾਨੂੰ ਜੋ ਇਹ ਉਪਦੇਸ਼ ਕੀਤਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਜੋ 52 ਹੁਕਮ ਹਜ਼ੂਰ ਸਾਹਿਬ ਨਾਂਦੇੜ ਵਿਖੇ ਕੀਤੇ ਸੀ, ਉਹਨਾਂ ਵਿੱਚ ਵੀ ਜੋ ਜ਼ਿਕਰ ਆਉਂਦਾ ਹੈ, ਜੋ ਦੂਸਰਾ ਉਪਦੇਸ਼ ਹੈ ਕਿ ਦਸਵੰਧ, ਪਹਿਲਾ ਜੋ ਕਿਰਤ ਧਰਮ ਦੀ ਕਰਨੀ, ਦੂਸਰਾ ਦਸਵੰਧ ਦੇਣਾ। ਸੋ ਦਸਵੰਧ ਵੀ ਸਾਡੇ ਜ਼ਰੂਰਤਮੰਦ ਪਰਿਵਾਰਾਂ ਨੂੰ, ਅਤੇ ਵੈਸੇ ਹਰ ਧਰਮ ਦੇ ਵਿੱਚ ਸੇਵਾ ਲਈ ਜੋ ਪ੍ਰੇਰਨਾ ਕੀਤੀ ਗਈ ਹੈ, ਪਰ ਸਾਡੇ ਸਿੱਖ ਧਰਮ ਦੇ ਵਿੱਚ ਖਾਸ ਤੌਰ 'ਤੇ ਇਹ ਜੋ ਦਸਵੰਧ ਦੇਣਾ ਲਾਜ਼ਮੀ ਕੀਤਾ ਗਿਆ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਫਰਮਾਨ ਹੈ, ਇਨਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨ ਜੀ ਕੋ, ਦਾਨ ਦਇਓ ਇਨਹੀ ਕੋ ਭਲੋ, ਹਰ ਆਨ ਕੋ ਦਾਨ ਨਾ ਲਾਗਤ ਨੀਕੋ। ਸਤਿਗੁਰੂ ਦਾ ਇਹ ਜੋ ਫਰਮਾਨ ਹੈ ਕਿ ਗੁਰਸਿੱਖਾਂ ਦੀ, ਗੁਰੂ ਪਿਆਰਿਆਂ ਦੀ ਜੋ ਮਦਦ ਹੈ ਕਰਨੀ ਬਣਦੀ ਹੈ, ਉਹ ਸਫਲੀ ਹੈ। ਸੋ ਸਾਨੂੰ ਆਪਣੇ ਪਰਿਵਾਰਾਂ ਵਿੱਚ, ਭੈਣ ਭਰਾਵਾਂ ਵਿੱਚ, ਆਂਢ ਗੁਆਂਢ ਵਿੱਚ, ਜਾਂ ਫਿਰ ਰਿਸ਼ਤੇ ਨਾਤਿਆਂ ਵਿੱਚ, ਜਾਂ ਫਿਰ ਪਿੰਡੀ ਥਾਈਂ ਇਸ ਤਰ੍ਹਾਂ ਸਰਕਲ ਵਧਾ ਕੇ ਆਪਣੇ ਆਲੇ ਦੁਆਲੇ, ਅਗਰ ਸਾਨੂੰ ਉਸ ਸਮਰੱਥ ਪਿਤਾ ਪਰਮਾਤਮਾ ਨੇ ਸਾਨੂੰ ਕੋਈ ਥੋੜ੍ਹੀ ਬਹੁਤ ਸਮਰੱਥਾ ਬਖਸ਼ੀ ਹੈ, ਤਾਂ ਉਸ ਵਿੱਚੋਂ ਅਸੀਂ ਇਹ ਜੋ ਦਸਵੰਧ ਕੱਢ ਸਕੀਏ, ਤਾਂ ਇਹ ਬਹੁਤ ਹੀ ਚੰਗੀ ਸੋਭਾ ਵਾਲੀ ਗੱਲ ਹੈ। ਸੋ ਸਤਿਗੁਰੂ ਰਹਿਮਤ ਕਰਨ, ਬਖਸ਼ਿਸ਼ ਕਰਨ। ਅੱਜ ਜੋ NDS ਦੀ ਗੱਲ ਆਪਾਂ ਕੀਤੀ ਕਿ ਇਹ ਸਾਡੇ ਸਤਿਕਾਰਯੋਗ ਸ਼੍ਰੀ BV ਚੌਹਾਨ ਜੀ ਗੁਜਰਾਤ ਤੋਂ, ਉਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ। ਅਕਾਲ ਪੁਰਖ ਸਿਰਜਣਹਾਰ ਪਰਮ ਪਿਤਾ ਪਰਮਾਤਮਾ ਦੀ ਬੜੀ ਵੱਡੀ ਬਖਸ਼ਿਸ਼, ਕਿਰਪਾ, ਰਹਿਮਤ ਹੋਈ ਉਹਨਾਂ 'ਤੇ ਕਿ ਉਹਨਾਂ ਨੂੰ ਇਸ ਚੀਜ਼ ਦਾ ਗਿਆਨ ਬਖਸ਼ਿਆ। ਇਹ ਜੋ ਪਰੰਪਰਾ ਹੈ ਜੋ ਭੋਜਨ ਪ੍ਰਣਾਲੀ ਦੀ, ਇਹ ਅੱਜ ਉਹਨਾਂ ਨੇ ਇਸ ਨੂੰ NDS ਦਾ ਨਾਮ ਦਿੱਤਾ ਹੈ, ਨਿਊ ਡਾਈਟ ਸਿਸਟਮ, ਨਵੀਂ ਭੋਜਨ ਪ੍ਰਣਾਲੀ। ਪਰ ਇਹ ਆਦਿ ਕਾਲ ਤੋਂ ਚੱਲਦੀ ਆ ਰਹੀ ਹੈ, ਜਦੋਂ ਤੋਂ ਮਨੁੱਖ ਦੀ ਸਿਰਜਣਾ ਹੋਈ। ਕਿਉਂਕਿ ਸਤਿਗੁਰੂ ਜਦੋਂ ਜੀਵ ਨੂੰ ਪੈਦਾ ਕਰਦੇ ਨੇ, ਤਾਂ ਸਾਨੂੰ ਇਹੀ ਸੁਣਨ ਵਿੱਚ ਆਉਂਦਾ ਹੈ ਵੱਡਿਆਂ ਬਜ਼ੁਰਗਾਂ ਤੋਂ ਜਾਂ ਧਾਰਮਿਕ
ਜੋ ਸਾਡੇ ਪ੍ਰਚਾਰਕ ਨੇ ਉਹਨਾਂ ਤੋਂ ਸੁਣਦੇ ਹਾਂ ਕਿ ਸਤਿਗੁਰੂ ਰਿਜ਼ਕ ਉੱਥੇ ਪਹਿਲਾਂ ਦਿੰਦੇ ਨੇ। ਸੋ ਇਸੇ ਤਰ੍ਹਾਂ ਸਾਰੇ ਪ੍ਰਾਣੀਆਂ ਦਾ ਰਿਜ਼ਕ ਉਹਨਾਂ ਨੇ ਜੋ ਵੀ ਉਹਨਾਂ ਦਾ ਰਿਜ਼ਕ ਬਣਦਾ ਹੈ ਉਸ ਰੂਪ ਦੇ ਵਿੱਚ ਜੀਵ ਦੇ ਆਉਣ ਤੋਂ ਪਹਿਲਾਂ ਪੈਦਾ ਕੀਤਾ ਹੈ। ਸੋ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਅੱਗ ਦੀ ਕਾਢ ਹੋ ਗਈ। ਪਹਿਲਾਂ ਜੋ ਸੀ ਕੱਚਾ ਖਾਂਦੇ ਸੀ, ਫਲ ਫਰੂਟ, ਸਬਜ਼ੀਆਂ, ਪੱਤੇ, ਇਹ ਚੀਜ਼ਾਂ ਸੀ। ਉਸ ਤੋਂ ਬਾਅਦ ਫਿਰ ਇਹ ਅੱਗ ਦੀ ਕਾਢ ਆ ਗਈ ਅਤੇ ਇਹ ਪੱਕੇ ਦੇ ਰੂਪ ਵਿੱਚ ਆ ਗਿਆ। ਕਾਫੀ ਸਾਰੇ ਜੋ ਸੰਤ ਮਹਾਂਪੁਰਸ਼ ਪਹਿਲਾਂ ਸਾਡੇ ਹੋਏ, ਰਿਸ਼ੀ ਮੁਨੀ ਹੋਏ, ਉਹਨਾਂ ਨੇ ਵੀ ਇਸ ਚੀਜ਼ ਨੂੰ ਅੱਗੇ ਪ੍ਰਚਾਰਿਆ, ਪਰ ਕਿਸੇ ਕਾਰਨ ਕਰਕੇ ਉਹ ਅੱਗੇ ਜੋ ਪ੍ਰਚਾਰ ਸਹੀ ਢੰਗ ਨਾਲ ਨਹੀਂ ਹੋ ਸਕਿਆ। ਅੱਜ ਇਹ ਸ਼੍ਰੀ ਬੀਵੀ ਚੌਹਾਨ ਜੀ ਜੋ ਹੈ, ਉਹਨਾਂ 'ਤੇ ਸਤਿਗੁਰੂ ਨੇ ਬੜੀ ਰਹਿਮਤ ਕੀਤੀ, ਸਿਰ 'ਤੇ ਹੱਥ ਰੱਖਿਆ। ਉਹਨਾਂ ਨੇ ਬੜੀ ਮਿਹਨਤ ਕਰਕੇ ਅੱਜ ਦੇ ਜੋ ਇਹ ਇਲੈਕਟ੍ਰੋਨਿਕ ਮੀਡੀਆ ਦਾ ਯੁੱਗ ਹੈ, ਇਸ ਦੇ ਵਿੱਚ ਇਸ ਨੂੰ ਬਹੁਤ ਦੁਨੀਆ ਦੇ ਵਿੱਚ ਪ੍ਰਚਾਰਿਆ ਹੈ। ਸੋ ਉਹਨਾਂ ਦਾ ਇੱਕ ਤਾਂ ਇਹ ਮੋਟੋ ਹੈ, ਉਹਨਾਂ ਨੇ ਇਹ ਜੋ ਰੱਖਿਆ ਕਿ ਵਰਲਡ ਵਿਦਾਊਟ ਮੈਡੀਸਨ ਕਰਨਾ ਹੈ, ਕਿ ਦੁਨੀਆ ਜੋ ਹੈ ਦਵਾਈਆਂ ਤੋਂ ਮੁਕਤ ਹੋਵੇ। ਸੋ ਇਹਨਾਂ ਚੀਜ਼ਾਂ ਲਈ ਸਾਨੂੰ ਪੱਕਿਆ ਹੋਇਆ, ਤਲਿਆ ਹੋਇਆ ਇਸ ਤਰ੍ਹਾਂ ਦਾ ਜੋ ਭੋਜਨ ਹੈ ਉਸ ਨੂੰ ਤਿਆਗ ਕੇ ਕੱਚਾ ਖਾਣ ਦੀ ਆਦਤ ਪਾਉਣੀ ਹੈ, ਜੋ ਕੱਚੇ ਦੇ ਰੂਪ ਵਿੱਚ ਸਾਨੂੰ ਮਿਲਦਾ ਹੈ। ਕਿਉਂਕਿ ਅਕਾਲ ਪੁਰਖ ਜੋ ਹੈ ਉਹ ਆਪਣੇ ਵੱਲੋਂ ਭੋਜਨ ਸਾਨੂੰ ਪਹਿਲਾਂ ਹੀ ਪਕਾ ਕੇ ਦੇ ਰਹੇ ਨੇ, ਪਰ ਅਸੀਂ ਕੀ ਗਲਤੀ ਕਰਦੇ ਹਾਂ ਕਿ ਅਸੀਂ ਉਸ ਨੂੰ ਬਾਰ-ਬਾਰ ਹੋਰ ਪਕਾਉਂਦੇ ਹਾਂ, ਅੱਗ 'ਤੇ ਚਾੜ੍ਹਦੇ ਹਾਂ, ਜਿਸ ਕਰਕੇ ਉਸ ਦਾ ਰੂਪ, ਉਸ ਦੇ ਜੋ ਵਿਟਾਮਿਨ ਕਹਿ ਦਿੰਦੇ ਆ, ਜਾਂ ਉਸ ਦੀ ਜੋ ਤਾਸੀਰ ਹੈ, ਜਾਂ ਉਹ ਸਾਰਾ ਉਹਦੇ ਕੈਮੀਕਲ ਬਣ ਜਾਂਦੇ ਨੇ, ਉਹ ਸਾਰਾ ਬਦਲੀ ਹੋ ਜਾਂਦਾ ਹੈ। ਸੋ ਉਹ ਫਾਇਦਾ ਕਰਨ ਦੀ ਬਜਾਏ ਸਰੀਰ ਨੂੰ ਨੁਕਸਾਨ ਕਰਦਾ ਹੈ। ਫਿਰ ਸਾਡਾ ਸਰੀਰ ਜੋ ਹੈ ਉਹ ਰੋਗ ਆ ਕੇ ਉਸ ਨੂੰ ਘੇਰ ਲੈਂਦੇ ਨੇ। ਸੋ ਸੇਵਾ ਸਤਿਗੁਰੂ ਨੇ ਫੁਰਨਾ ਬਖਸ਼ਿਸ਼ ਕੀਤਾ ਦਾਸ ਦੇ ਪਰਿਵਾਰ ਨੂੰ। ਸੋ ਕਾਰੋਬਾਰਾਂ ਤੋਂ ਅੱਜ ਕੱਲ੍ਹ ਦੇ ਮਾਹੌਲ ਦੇ ਮੁਤਾਬਕ ਜੋ ਹੈ ਕਾਫੀ ਕਟੌਤੀ ਹੋਈ ਕੰਪਨੀਆਂ ਦੇ ਵਿੱਚ, ਜਿਸ ਦੇ ਵਿੱਚ ਸਤਿਗੁਰੂ ਦੀ ਕਿਰਪਾ ਦੇ ਨਾਲ ਦਾਸ ਦਾ ਨਾਮ ਵੀ ਆ ਗਿਆ। ਸੋ ਬਹਿਰੀਨ ਦੇ ਵਿੱਚ 23-24 ਸਾਲ ਤੋਂ ਰਹਿ ਰਹੇ ਹਾਂ। ਹੁਣ ਸਤਿਗੁਰੂ ਨੇ ਕਿਰਪਾ ਕੀਤੀ, ਜਿਵ ਜਿਵ ਹੁਕਮ ਤਿਵੈ ਤਿਵ ਕਾਰ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਸੋ ਇਹਨਾਂ ਕਥਨਾਂ ਦੇ ਮੁਤਾਬਕ ਸੋ ਸ਼ਾਇਦ ਦਾਣਾ ਪਾਣੀ ਬਹਿਰੀਨ ਦਾ ਖਤਮ ਹੋ ਗਿਆ। ਚਲੋ ਬੜੀ ਸਤਿਗੁਰੂ ਦੀ ਰਹਿਮਤ ਬਖਸ਼ਿਸ਼ ਹੋਈ। ਸੋ ਸਤਿਗੁਰੂ ਨੇ ਫੁਰਨਾ ਬਖਸ਼ਿਆ ਕਿ ਇਸ ਤਰ੍ਹਾਂ ਸੇਵਾ ਕੁਛ ਆਰੰਭ ਕੀਤੀ ਜਾਵੇ। ਸੋ ਆਪ ਸਮੂਹ ਸੰਗਤ ਦੇ ਸਹਿਯੋਗ ਦੀ ਜ਼ਰੂਰਤ ਹੈ। ਹੁਣ ਜਦੋਂ ਫਲਾਈਟਾਂ ਚਾਲੂ ਹੋਣਗੀਆਂ ਤਾਂ ਭਾਰਤ ਆਪਣੇ ਵਤਨ ਪੰਜਾਬ ਲਈ ਫਿਰ ਸਤਿਗੁਰੂ ਦੇ ਹੁਕਮ ਨਾਲ ਚਾਲੇ ਪਾਵਾਂਗੇ। ਫਿਰ ਉੱਥੇ ਸਮੂਹ ਸੰਗਤ ਦੇ ਨਾਲ ਇਸ ਤਰ੍ਹਾਂ ਜੁੜਾਂਗੇ। ਸੋ ਸੇਵਾ ਜੋ ਹੁਣ ਤੱਕ ਬਹਿਰੀਨ ਦੇ ਵਿੱਚ ਰਹਿ ਕੇ ਸਤਿਗੁਰੂ ਨੇ ਇਹਨਾਂ ਸਾਲਾਂ ਵਿੱਚ ਲਈ, ਤਾਂ ਪਹਿਲਾਂ ਜਿਸ ਤਰ੍ਹਾਂ ਸੇਵਾ ਸਤਿਗੁਰੂ ਕਿਰਪਾ ਕਰਦੇ ਸੀ, ਥੋੜ੍ਹੀ ਬਹੁਤੀ ਆਪਣੇ ਵੱਲੋਂ ਉਦਮ ਉਪਰਾਲੇ ਨਾਲ ਜੋ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਕਰਦੇ ਸੀ। ਫਿਰ ਸਤਿਗੁਰੂ ਨੇ ਫੁਰਨਾ ਬਖਸ਼ਿਆ, ਫਿਰ ਹੋਰ ਸੰਗਤ ਨੂੰ ਨਾਲ ਰਲਾ ਕੇ ਮਾਇਆ ਇਕੱਤਰ ਕਰਕੇ ਸੰਗਤ ਤੋਂ ਵੀ, ਕਿਉਂਕਿ ਫਿਰ ਸਾਨੂੰ ਹਜੇ ਸਤਿਗੁਰੂ ਨੇ ਉਨੀ ਸਮਰੱਥਾ ਨਹੀਂ ਬਖਸ਼ੀ, ਅਤੇ ਕਿਉਂਕਿ ਵੀ ਅਸੀਂ ਇਕੱਲੇ ਕੋਈ ਜ਼ਿਆਦਾ ਮਦਦ ਕਰ ਸਕੀਏ। ਫਿਰ ਸੰਗਤ ਨੂੰ ਨਾਲ ਰਲਾਉਣਾ ਪਿਆ। ਸੋ ਸੰਗਤ ਦਾ ਬੜਾ ਸਹਿਯੋਗ ਮਿਲਿਆ। ਫਿਰ ਅਸੀਂ ਜੋ ਮਾਇਆ ਪਹਿਲਾਂ ਭੇਜਦੇ ਸੀ, ਮਨੁੱਖਤਾ ਦੀ ਸੇਵਾ, ਜੋ ਸਭ ਤੋਂ ਵੱਡੀ ਸੇਵਾ ਉਸ ਟਾਈਮ ਬਾਰਨਹਾੜੇ ਪਿੰਡ ਲੁਧਿਆਣੇ ਜ਼ਿਲ੍ਹੇ ਵਿੱਚ ਚੱਲਦੀ ਸੀ। ਸੋ ਉਹਨਾਂ ਨੂੰ ਮਾਇਆ ਭੇਜਦੇ ਸੀ। ਸਾਲ ਡੇਢ ਸਾਲ ਉੱਥੇ ਮਾਇਆ ਭੇਜੀ। ਸਤਿਗੁਰੂ ਨੇ ਜਿੰਨਾ ਹੁਕਮ ਸੀ ਸਤਿਗੁਰੂ ਦਾ, ਜਿੰਨੀ ਸੇਵਾ ਲਈ। ਉਸ ਤੋਂ ਬਾਅਦ ਫਿਰ ਜਦੋਂ
ਸ਼ਾਇਦ 2018 ਦੇ ਵਿੱਚ ਕੇਰਲਾ ਦੇ ਵਿੱਚ ਹੜ੍ਹ ਆਏ ਸੀ, ਉਦੋਂ ਬਹਿਰੀਨ ਵਿੱਚ ਸੰਗਤ ਦੇ ਸਹਿਯੋਗ ਨਾਲ ਕਾਫੀ ਮਾਇਆ ਵੀ ਇਕੱਤਰ ਕੀਤੀ ਗਈ ਅਤੇ ਸਮਾਨ ਵੀ ਇਕੱਤਰ ਕੀਤਾ ਗਿਆ, ਲੋੜਵੰਦ ਸਮਾਨ, ਲੀੜਾ ਕੱਪੜਾ। ਫਿਰ ਉਹ ਮਾਇਆ ਜੋ ਇਕੱਤਰ ਕਰਕੇ ਇੱਥੋਂ ਖਾਲਸਾ ਏਡ ਨੂੰ ਭੇਜੀ ਜਾਣੀ ਸੀ। ਖਾਲਸਾ ਏਡ ਪੰਜਾਬ ਦੀ ਜੋ ਉਹਨਾਂ ਦੀ ਯੂਨਿਟ ਹੈ, ਮੇਰੀ ਦਾਸ ਦੀ ਗੱਲ ਉਹਨਾਂ ਨਾਲ ਹੋਈ ਪਟਿਆਲੇ। ਸਾਡੇ ਸਤਿਕਾਰਯੋਗ ਭੈਣ ਜੀ, ਮੈਂ ਹੁਣ ਨਾਂ ਭੁੱਲ ਗਿਆ, ਉਹਨਾਂ ਨਾਲ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਕਿੱਟਾਂ ਆਲਰੇਡੀ ਤਿਆਰ ਹੋ ਗਈਆਂ, ਕੋਈ ਸਮਾਨ ਦੀ, ਵਸਤਾਂ ਦੀ, ਚੀਜ਼ਾਂ ਦੀ ਲੋੜ ਨਹੀਂ ਹੈ, ਸਾਡੇ ਕੋਲ ਸਮਾਨ ਪੂਰਾ ਹੋ ਗਿਆ, ਪਰ ਮਾਇਆ ਤੁਸੀਂ ਭੇਜ ਸਕਦੇ ਹੋ। ਫਿਰ ਉਸ ਟਾਈਮ ਇੱਥੋਂ ਦਾ ਬਹਿਰੀਨ ਦਾ ਜੋ 250 ਦਿਨਾਰ ਉਹਨਾਂ ਦੇ ਯੂਕੇ ਦੇ ਅਕਾਊਂਟ ਦੇ ਵਿੱਚ ਪਾ ਦਿੱਤਾ ਗਿਆ ਸੀ, ਉਸ ਦੀ ਸਾਡੇ ਕੋਲ ਕਨਫਰਮੇਸ਼ਨ ਆ ਗਈ ਸੀ। ਅਤੇ ਜੋ ਕੱਪੜਾ ਸੀ, ਲੀੜਾ ਕੱਪੜਾ, ਉਹ ਫਿਰ ਅਸੀਂ ਗੱਲਬਾਤ ਕਰਕੇ ਭਾਈ ਗੁਰਪ੍ਰੀਤ ਸਿੰਘ ਜੀ, ਮਨੁੱਖਤਾ ਦੀ ਸੇਵਾ, ਸਭ ਤੋਂ ਵੱਡੀ ਸੇਵਾ, ਬਾਰਨਹਾਲਾ ਪਿੰਡ, ਉਹਨਾਂ ਨਾਲ ਗੱਲਬਾਤ ਕੀਤੀ ਸੀ ਅਤੇ ਉਹਨਾਂ ਨੇ ਫਿਰ ਇੱਕ ਐਡਰੈਸ ਦਿੱਤਾ ਸੀ ਲੁਧਿਆਣੇ ਦਾ। ਫਿਰ ਉਹ ਜੋ ਕਾਰਗੋ ਦੇ ਰਾਹੀਂ ਅਸੀਂ ਉਹ ਕੱਪੜਾ, ਲੀੜਾ ਸਾਰਾ, ਉਹ 8-10 ਕਾਰਟੂਨ ਬਾਕਸ ਸੀਗੇ, ਉੱਥੇ ਭੇਜਤੇ ਸੀ। ਸੋ ਬੜਾ ਸਤਿਗੁਰੂ ਨੇ ਰਹਿਮਤ ਕੀਤੀ ਅਤੇ ਸਾਨੂੰ ਇਹ ਵੀ ਮਾਣ ਦਿੱਤਾ ਸਤਿਗੁਰੂ ਨੇ, ਖਾਲਸਾ ਏਡ ਨਾਲ ਵੀ ਸਾਡਾ ਸਹਿਯੋਗ ਹੋਇਆ, ਜਿੰਨਾ ਸਤਿਗੁਰੂ ਨੇ ਕਿਰਪਾ ਕੀਤੀ। ਫਿਰ ਇਹਨਾਂ ਨਾਲ ਸਾਲ ਡੇਢ ਸਾਲ ਇਹਨਾਂ ਨਾਲ ਹੋਇਆ, ਮਨੁੱਖਤਾ ਦੀ ਸੇਵਾ ਵਾਲਿਆਂ। ਫਿਰ ਉਸ ਤੋਂ ਬਾਅਦ ਧੂਰੀ ਸੰਗਰੂਰ ਵੱਲ ਇੱਕ ਸੰਸਥਾ ਚੱਲ ਰਹੀ ਹੈ, ਗੁਰੂ ਨਾਨਕ ਮਿਸ਼ਨ, ਖੇੜੀ ਜੱਟਾਂ ਵਿਖੇ। ਫਿਰ ਮੇਰਾ ਖਿਆਲ ਤਕਰੀਬਨ ਸਾਲ ਡੇਢ ਸਾਲ ਸੰਗਤ ਦੇ ਸਹਿਯੋਗ ਨਾਲ ਉੱਥੇ ਵੀ ਸੇਵਾ ਪਹੁੰਚਾਈ ਗਈ। ਹੁਣ ਕੁਛ ਮਾਹੌਲ ਇੱਦਾਂ ਦਾ ਆ ਗਿਆ, ਜਿਸ ਤਰ੍ਹਾਂ ਸਾਰੇ ਅਸੀਂ ਭਲੀ ਭਾਂਤ ਜਾਣੂ ਹੈ, ਇਹ ਜੋ ਕਰੋਨਾ ਵਾਇਰਸ ਕਰਕੇ ਜੋ ਕਰੋਪੀ ਹੈ, ਜੋ ਸਾਡੇ ਕਰਮਾਂ ਦਾ, ਜੋ ਅਸੀਂ ਬੀਜਿਆ ਹੈ ਸੰਸਾਰ ਦਾ, ਉਸ ਕਰਕੇ ਜੋ ਇਹ ਸੰਸਾਰ 'ਤੇ ਜੋ ਮਾਹੌਲ ਬਣਿਆ ਹੈ, ਉਸ ਕਰਕੇ ਹੁਣ ਥੋੜ੍ਹਾ ਜਿਹਾ ਸੰਗਤ ਵੀ ਦਾਨ ਪੁੰਨ ਵੱਲ ਜਾਂ ਪੈਸਾ ਕੱਢਣ ਵੱਲ ਥੋੜ੍ਹਾ ਹਿਚਕਚਾਉਂਦੀ ਹੈ। ਵੈਸੇ ਤਾਂ ਸਤਿਗੁਰੂ ਦਾ ਉਪਦੇਸ਼ ਹੈ ਕਿ ਦਾਨ ਪੁੰਨ ਕਰਨਾ ਚਾਹੀਦਾ, ਦਸਵੰਧ ਕੱਢਣਾ ਚਾਹੀਦਾ ਹੈ, ਅਤੇ ਪਰ ਹੁਣ ਥੋੜ੍ਹਾ ਜਿਹਾ ਲੋਕ ਪੈਸਾ ਕੱਢਣ ਤੋਂ ਝੱਕਦੇ ਨੇ। ਹਰ ਕੋਈ ਫਿਕਰਮੰਦ ਹੈ ਕਿ ਕੀ ਬਣਨਾ, ਕੀ ਨਹੀਂ ਬਣਨਾ। ਸੋ ਇਸ ਕਰਕੇ ਹੁਣ ਮਾਇਆ ਇਕੱਤਰ ਕਰਨੀ ਵੀ ਬੰਦ ਕਰ ਦਿੱਤੀ ਸੀ। ਸੋ ਆਖਰੀ ਜੋ ਮਾਇਆ ਇਹਨਾਂ ਨੂੰ ਖੇੜੀ ਜੱਟਾਂ ਵਿਖੇ ਪਹੁੰਚਾਈ ਗਈ ਸੀ। ਸੋ ਸਮੂਹ ਸੰਗਤ ਦਾ ਬਹਿਰੀਨ ਦਾ ਜੋ ਹੈ ਕਾਫੀ ਸਹਿਯੋਗ ਮਿਲਿਆ। ਸੋ ਸਾਰਿਆਂ ਦਾ ਬਹੁਤ ਧੰਨਵਾਦ ਹੈ। ਸੋ ਇਸ ਤਰ੍ਹਾਂ ਅੱਗੇ ਉਮੀਦ ਕਰਦੇ ਹਾਂ ਕਿ ਆਪਾਂ ਆਪਣੇ ਤੌਰ 'ਤੇ ਜਾਂ ਕੋਈ ਅਗਰ ਨਾਲ ਜੁੜਿਆ ਵੀ ਰਹਿਣਾ ਚਾਹੁੰਦਾ ਹੈ ਤਾਂ ਉਸ ਢੰਗ ਨਾਲ ਆਪਾਂ ਹੋਰ ਵੀ ਸੇਵਾ ਅੱਗੇ ਵਧਾ ਸਕਦੇ ਹਾਂ। ਹੁਣ ਤੱਕ ਦਾਸ ਦੇ ਉੱਪਰ ਸਤਿਗੁਰੂ ਦੀ ਇਹ ਕਿਰਪਾ ਬਖਸ਼ਿਸ਼ ਰਹੀ ਹੈ ਕਿ ਕਿਸੇ ਆਪਣੇ ਸਰਕਲ ਵਾਲੇ ਨੂੰ ਅੱਜ ਤੱਕ ਕੋਈ 5, 10, 20, 30, 40 ਜਾਂ 50,000 ਜਾਂ ਲੱਖ ਰੁਪਇਆ ਜਾਂ ਜੋ ਵੀ ਸਤਿਗੁਰੂ ਦੀ ਕਿਰਪਾ ਨਾਲ ਮਾਇਆ ਭੇਜੀ ਗਈ, ਕਿਸੇ ਆਪਣੇ ਸਕੇ ਸੰਬੰਧੀ ਨੂੰ ਜਾਂ ਕਿਸੇ ਆਪਣੇ ਇੱਥੋਂ ਤੱਕ ਪਿੰਡ ਜਾਂ ਕਿਸੇ ਏਰੀਏ 'ਚ ਰਿਸ਼ਤੇਦਾਰ ਨੂੰ ਜਾਂ ਦੋਸਤ ਮਿੱਤਰ ਨੂੰ, ਕਿਸੇ ਨੂੰ ਮਾਇਆ ਨਹੀਂ ਭੇਜੀ ਗਈ। ਇਹ ਮਾਇਆ ਸਿਰਫ ਇਹਨਾਂ 3 ਸਥਾਨਾਂ 'ਤੇ 3 ਜਗ੍ਹਾ ਭੇਜੀ ਗਈ ਹੈ। ਸੋ ਹੁਣ ਦਾਸ ਦਾ ਫੁਰਨਾ ਹੈ ਕਿ ਆਪਣੇ ਸਰਕਲ ਦੇ ਵਿੱਚ ਜਾ ਕੇ ਪਿੰਡ ਜਾਂ ਹੋਰ ਉਸ ਜਗ੍ਹਾ 'ਤੇ ਸਤਿਗੁਰੂ ਕਿਰਪਾ ਕਰਨ ਇਹ ਸੇਵਾ ਨਾਲ NDS ਦੀ, ਕਿਉਂਕਿ ਸਾਡਾ ਜੋ ਖਾਣ ਪਾਣ ਜੋ ਇੱਦਾਂ ਦਾ ਬਣ ਗਿਆ ਹੈ, ਜੋ ਚੀਜ਼ਾਂ ਅਸੀਂ ਨਹੀਂ ਖਾਣੀਆਂ ਜਾਂ ਜਿਸ ਰੂਪ ਦੇ ਵਿੱਚ ਨਹੀਂ ਖਾਣੀਆਂ, ਅੱਜ ਸਾਡਾ ਜੋ ਖਾਣ ਪਾਣ ਹੈ ਉਹ ਕਾਫੀ ਵਿਗੜ ਚੁੱਕਾ ਹੈ। ਜੋ ਸਾਨੂੰ ਖਾਣ ਪੀਣ ਬਾਰੇ ਜੋ ਜਾਣਕਾਰੀ ਵੀ ਦਿੱਤੀ ਗਈ ਹੈ ਉਹ ਵੀ ਗਲਤ ਹੈ ਕਿ ਇਸ ਵਿੱਚੋਂ ਆਹ ਵਿਟਾਮਿਨ ਮਿਲਣੇ ਨੇ, ਇਸ ਵਿੱਚੋਂ ਆਹ ਕੈਲਸ਼ੀਅਮ ਮਿਲਣੇ ਨੇ, ਇਸ ਵਿੱਚੋਂ ਆਹ ਚੀਜ਼ ਮਿਲਣੀ ਹੈ, ਪਰ ਸਾਡਾ ਜੋ ਸਾਰਾ ਤਰੀਕਾ ਖਾਣ ਦਾ ਹੈ ਉਹ ਗਲਤ ਹੈ। ਸੋ ਇਸ ਵੀਡੀਓ ਤੋਂ ਬਾਅਦ ਜੋ ਆਪਾਂ ਅਗਲਾ ਜੋ ਤੀਸਰਾ ਜੋ ਇਹ ਵੀਡੀਓ ਬਣਾਵਾਂਗੇ ਉਸ ਦੇ ਵਿੱਚ ਹੁਣ ਦੱਸਾਂਗੇ ਕਿ ਦਾਸ ਦੇ ਪਰਿਵਾਰ 'ਤੇ ਕਿਸ ਤਰ੍ਹਾਂ ਇਹ NDS ਦੀ ਕਿਰਪਾ ਹੋਈ, ਕਿਉਂਕਿ ਇਹ ਤਕਰੀਬਨ 1 ਸਾਲ ਪਹਿਲਾਂ ਅੱਜ ਤੋਂ ਪਿਛਲੀ ਜੋ ਈਦ ਸੀ, ਪਿਛਲੇ ਜੋ ਰਮਜ਼ਾਨ ਚੱਲਦੇ ਸੀ ਰੋਜ਼ੇ, ਤਾਂ ਉਸ ਟਾਈਮ 'ਤੇ
ਸਤਿਗੁਰੂ ਨੇ ਦਾਸ ਦੇ ਪਰਿਵਾਰ 'ਤੇ ਕਿਰਪਾ ਕੀਤੀ ਅਤੇ ਆਪਾਂ ਫਿਰ ਹੁਣ ਫਿਰ ਈਦ ਨਿਕਲ ਗਈ ਹੈ ਅਤੇ ਆਪਾਂ ਅਗਲੇ ਜੋ ਵੀਡੀਓ ਹੈ ਉਸ ਵਿੱਚ ਆਪਾਂ ਇਹ ਜਾਣਕਾਰੀ ਸਾਰੀ ਸਾਂਝੀ ਕਰਾਂਗੇ ਕਿ ਦਾਸ ਦਾ ਪਰਿਵਾਰ ਕਿਸ ਤਰ੍ਹਾਂ ਸਤਿਗੁਰੂ ਦੀ ਬਖਸ਼ਿਸ਼ ਰਹਿਮਤ ਦਾ ਸਦਕਾ, ਜਾਂ ਕਹਿ ਲਓ ਕਿ ਸਾਡਾ ਕੋਈ ਦੇਣਾ ਲੈਣਾ ਸੀ ਜੋ ਉਹ ਨਿਬੜ ਗਿਆ, ਜਾਂ ਕਹਿ ਲਓ ਕਿ ਸਰੀਰ 'ਤੇ ਜੋ ਕਸ਼ਟ ਸੀ ਉਹ ਸਾਰੇ ਪੂਰੇ ਹੋ ਗਏ। ਸਤਿਗੁਰੂ ਦੀ ਐਡੀ ਬਖਸ਼ਿਸ਼ ਹੋਈ ਕਿ ਅੱਜ ਦਵਾਈਆਂ ਤੋਂ ਖਹਿੜਾ ਛੁੱਟ ਗਿਆ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।